सिमरिया तेग बहादुर सिमरिया हर नाम निध आवे ताए सब ताए होए साए तेग बहादुर सिमरिया कर नाम निध आवे ताए सब ताए होए सहाय सब ताए होए सहाय होए सहाय। राम कले महला तीजा आनंद एक ओंकार सतगुर प्रसाद आनंद पिया मेरी माए सतगुरु मैं पाया सतगुर था पाया सहज सिद्धि मन जिया वादाई राज रतन परिवार दुनिया शब्द गावण आई शब्दों का गाव हरि के मन जिनी वसाए कहे नानक आनंद हुआ सतगुरु मैं पाए ए मन मेरे तू सदा रहो हर नाल हो तू मन मेरे दुख सब विसारना अंगीकार हो करे तेरा कार्य सब सवार सब मांगला समरथ स्वामी सो क्यों मन विसार है नानक मन मेरे सदा रहो हर नाल साचे साहिबा क्या नहीं करते करता तेरे सब कुछ है जिस दे स्वभाव सदा सिख सदा तेरी नाम मन वसावे नाम जिनके मन वसया बाजे शब्द कहेर है नानक सच्चे साहिब क्या नहीं करते साचा नाम मेरा आधार सच नाम आधार मेरा जिन भूखा सब गवाए कर शांत सुख मन माए वसया जिन इच्छा सब पूजाए सदा गुरबार गीता गुरु हो जिसने आए बढ़ियाई है नानक सो संतोष होत लोपे यारो साचा नाम मेरा आधार अजे पंच शब्द कर सभागे शब्द बाजे कला जित कर धारिया अंजन लुट वास कीते काल कंटक मारे तुर कर्म पाया तू जिनको से नाम के लागे है नानक तैस कहो वाद खाने रहदवाज आनंद श्रवण पागी हो सगल मनोरथ पूर पार ब्रह्म पाया उतरे सगल विसोर दुगुनो संताप उतरे सोनी सच्ची वाणी संत साजन पै ससे पूरे गुरते जान सुनते पुनीत कहते पवित्र सतगुर रहे पर भोर बिनवंत नानक गुरु चरण भागे वाजे अनंत पूरे श्लोक रावण गुरु पानी पिता माता धरत महात देव सरात विदाई दाया खेल सगल जगत चंगियाइया बरियाइया वाचा धर्म दूर करनी आप अपनी कहने रह के दूर जिन्नी नाम दियाया गए मुशक्कत काल नानक ते मुके उजले किते छुट्टी नाल जिन्नी नाम दियाया गए मुशक्कत काल नानक ते मुके उजले किते छुट्टी नाल जिनी नाम ते आया गए मशक्कत काल नानक ते मुख उजरे केती छुट्टी नाल। वाहिगुरु जी का खालसा वाहिगुरु जी की फतेह। वाहिगुरु जी वाहिगुरु 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 एक ओंकार सतनाम करता पुरख
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪਹਿਲਾਦਿਕ ਆਤਮ ਰਸ ਜਿਨ ਜਾਣਿਓ ਕਬਿ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਸੁਤ ਦਾਰਾ ਸਿਉ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਸੰਬਦੀ ਨੂਰ ਅਰਸੋ ਕੁਰਸੋ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸੁਆਲਿਓ। ਜਿਨ ਕੀਤੇ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਮਹਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣ ਹੈ। ਖਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਪਿਓ। ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਓ। ਮਹਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾਤਾ ਆਤਮਾ। ਆਤਮਾ ਵਾਸੁਦੇਵਸਯ, ਜੇ ਕੋ ਜਾਣੈ ਪਿਓ। ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਓ। ਮਹਲਾ ਪਹਿਲਾ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਪੌੜੀ। ਪੜਿਆ ਹੋਵੇ ਗੁਨਹਗਾਰ, ਤਾ ਓਵੇਂ ਸਾਧਨਾ ਮਾਰੀਐ। ਜਿਹਾ ਕਾਲੇ ਕਾਲਣਾ, ਤੇਵੇ ਹੋ ਨਾਉ ਪਚਾਰੀਐ। ਐਸੀ ਕਲਾ ਨਾ ਖੇਡੀਐ, ਜਿਤ ਦਰਗਹ ਗਿਆ ਹਾਰੀਐ। ਪੜਿਆ ਅਤੈ ਓਮਿਆ, ਵਿਚ
ਵਿਚਾਰ ਅੱਗੇ ਵਿਚਾਰੀਐ ਮੋਹਿ ਚੱਲੈ ਸੋ ਅੱਗੇ ਮਾਰੀਐ ਪੜਿਆ ਅਤੈ ਓਮਿਆ ਵਿਚਾਰ ਅੱਗੇ ਵਿਚਾਰੀਐ ਮੋਹਿ ਚੱਲੈ ਸੋ ਅੱਗੇ ਮਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗੁਰੂ ਗਰੀਬ ਨਵਾਜ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਵਿੱਚ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਨਾਨਕ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰ ਪਾਤਸ਼ਾਹ ਦਾ ਗਿਆਨ ਦੁਨਿਆਵੀ ਤੌਰ ਤੇ ਵੀ ਸਾਨੂੰ ਸਿੱਧੇ ਰਸਤੇ ਪਾਉਣ ਵਾਲਾ ਹੈ, ਰੂਹਾਨੀ ਤੌਰ ਤੇ ਵੀ ਹਰ ਜੀਵ ਦਾ ਮਾਰਗ ਦਰਸ਼ਨ ਕਰਨ ਵਾਲਾ ਹੈ। ਅੱਜ ਦਾ ਇਹ ਪਾਵਨ ਮੁੱਖ ਵਾਕ ਆਸਾ ਦੀ ਵਾਰ ਵਿੱਚੋਂ ਜੋ ਆਪ ਜੀ ਨੇ ਹੁਣੇ ਸ਼ਰਵਣ ਕੀਤਾ ਹੈ, ਇਸ ਮੁੱਖ ਵਾਕ ਵਿੱਚ ਇੱਕ ਬੰਦੇ ਨੂੰ ਸਮਝਾਇਆ ਗਿਆ ਹੈ ਕਿ ਬੰਦਿਆ, ਜਿੱਥੇ ਤੇਰੀ ਤਮੰਨਾ ਹੈ ਉੱਥੇ ਦੁੱਖ ਹੈ, ਜਿੱਥੇ ਤਮੰਨਾ ਖਤਮ ਉੱਥੇ ਸੁੱਖ ਹੈ। ਤਮੰਨਾ ਖਤਮ ਕਿਵੇਂ ਹੋਵੇਗੀ? ਅਕਾਲ ਪੁਰਖ ਨਾਲ ਜੁੜ ਕੇ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਮਨ ਦੀਆਂ ਬਹੁਤ ਤਰੰਗਾਂ ਹਨ, ਬਹੁਤ ਇੱਛਾਵਾਂ ਹਨ। ਇੱਕ ਇੱਛਾ ਪੂਰੀ ਹੁੰਦੀ ਹੈ, ਦੂਜੀ ਨਾਲ ਖੜੀ ਹੋ ਜਾਂਦੀ ਹੈ, ਦੂਜੀ ਪੂਰੀ ਹੋਈ, ਤੀਜੀ ਉਹਦੇ ਵਿੱਚੋਂ ਹੀ ਆ ਗਈ। ਬੰਦਾ ਕਦੀ ਨਹੀਂ ਰੱਜਦਾ ਖਾਲਸਾ ਜੀਓ। ਅਸੀਂ ਬਚਪਨ ਤੋਂ ਲੈ ਕੇ ਬੁਢੇਪੇ ਵੱਲ ਜਾ ਰਹੇ ਹਾਂ, ਰੱਜ ਗਏ ਅੱਜ ਤੱਕ? ਮਨ ਭਰ ਗਿਆ? ਨਹੀਂ ਭਰਿਆ ਨਾ, ਇਹਨੇ ਭਰਨਾ ਵੀ ਨਹੀਂ ਕਦੀ। ਕਿਵੇਂ ਭਰੇਗਾ? ਇੱਛਾਵਾਂ ਨੂੰ ਪਰੇ ਕਰ ਦੋ ਬਸ। ਵਾਹਿਗੁਰੂ ਇਹ ਰੱਬ ਦਾ ਨਾਮ ਇੱਛਾ ਨੂੰ ਸ਼ਾਂਤ ਕਰ ਦੇਵੇਗਾ। ਇੱਛਾ ਉਹ ਨਹੀਂ ਵੀ ਸਾਡੀ ਲੋੜ, ਉਹ ਆਪੇ ਮਿਲਦੀ ਰਹੇਗੀ। ਜਿਵੇਂ ਖਾਲਸਾ ਜੀਓ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਸ਼ਬਦ ਕਰਨ ਤੇ ਹੈ, ਕਰਦੇ ਹਨ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਉਹ ਜਿਹੜੇ ਭਗਤੀ ਕਰਦੇ ਉਹਨਾਂ ਦੇ ਕੰਮ ਰੱਬ ਸਵਾਰਦਾ ਹੈ। ਅਸੀਂ ਭਗਤੀ ਕਰਦੇ, ਰੱਬ ਜੀ ਕਹਿੰਦਾ ਇਹ ਦੇ ਦਿਓ ਉਹ ਦੇ ਦਿਓ, ਭਗਤੀ ਤਾਂ ਕਰਦੇ ਨਹੀਂ। ਰੱਬ ਜੀ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ, ਭਗਤ ਧੰਨਾ ਜੀ, ਤਿਨ ਕੇ ਕਾਜ ਸਵਾਰਤਾ। ਉਹਨਾਂ ਦੇ ਕੰਮ ਰੱਬ ਆਪੇ ਸਵਾਰਦਾ ਹੈ। ਦਾਲ ਸੀਧਾ ਮੰਗੋ ਕੀਓ, ਹਮਾਰਾ ਖੁਸ਼ੀ ਕਰੇ ਨਿਤ ਜੀਓ।
ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਇਹ ਸਭ ਚੀਜ਼ਾਂ ਉਦੋਂ ਜਦੋਂ ਬੰਦਾ ਭਗਤੀ ਕਰਦਾ ਹੋਵੇ, ਉਹ ਆਪੇ ਮਿਲਦੀ ਰਹਿਣਗੀਆਂ। ਜਿੱਥੇ ਤਮੰਨਾ ਹੈ, ਇੱਛਾ ਹੈ, ਉੱਥੇ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ, ਉੱਥੇ ਰੁਕਾਵਟ ਲੱਗ ਜਾਂਦੀ ਹੈ। ਆਓ ਐਸਾ ਰੂਹਾਨੀ ਗਿਆਨ ਅੱਜ ਗੁਰੂ ਨਾਨਕ ਪਾਤਸ਼ਾਹ ਆਪਣੇ ਭੰਡਾਰੇ ਚੋਂ ਸਾਨੂੰ ਦੇ ਰਹੇ ਹਨ। ਆਪਣੇ ਮਨ ਦੀ ਪਟਾਰੀ ਖੋਲੀਏ, ਉਸ ਪਟਾਰੀ ਵਿੱਚ ਗਿਆਨ ਪਾਉਣ ਲਈ ਆਓ ਸਾਰੇ ਗੁਰੂ ਕੇ ਪਿਆਰੇ ਸ਼ਰਧਾ ਨਾਲ। ਧਿਆਨ ਰੱਖਣਾ, ਰੱਬ ਦੇ ਘਰ ਸਾਰੇ ਆਉਂਦੇ ਹਨ। ਜਿਤਨੀ ਸ਼ਰਧਾ ਨਾਲ ਕੋਈ ਇੱਥੇ ਮੰਗੇਗਾ, ਉਹਨੂੰ ਉਤਨੀ ਬਖਸ਼ਿਸ਼ ਮਿਲੇਗੀ। ਆਪਣੇ ਮਨ ਦੀ ਸ਼ਰਧਾ ਵਧਾਈਏ ਥੋੜੀ, ਅਰਦਾਸ ਕਰੀਏ, ਪਾਤਸ਼ਾਹ ਤੁਸੀਂ ਵਧਾਓ ਇਹਨੂੰ, ਤੁਹਾਡੇ ਨਾਲ ਮਨ ਜੁੜ ਜਾਵੇ, ਤੁਹਾਡੇ ਰਸ ਵਿੱਚ ਲੀਨ ਹੋ ਜਾਵੇ। ਆਓ ਇਹ ਅਰਦਾਸ ਬੇਨਤੀ ਕਰਦੇ ਹਾਂ। ਸਾਰੇ ਗੁਰੂ ਕੇ ਪਿਆਰੇ ਸਤਿਕਾਰ ਵਜੋਂ ਉਚਾਰਨ ਕਰੀਏ ਜੀ। ਸਤਨਾਮ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਆਸਾ ਦੀ ਵਾਰ। ਕਿਸੇ ਨੇ ਪੁੱਛ ਲਿਆ ਵੀ ਆਸਾ ਦੀ ਵਾਰ ਕੀ ਹੈ ਜੀ? ਆਸਾ ਰਾਗ ਵਿੱਚ ਹੈ। ਆਸਾ ਵਾਰ ਕਹਿੰਦੇ ਵਾਰ ਕਰਨਾ, ਹਮਲਾ ਕਰਨਾ, ਅਟੈਕ ਕਰਨਾ। ਦੁਨਿਆਵੀ ਤੌਰ ਤੇ ਅੱਜ ਵੀ ਵਾਰ ਹੋ ਰਹੀ ਹੈ। ਰੂਸ ਦੀ, ਯੂਕਰੇਨ ਦੀ, ਇੱਕ ਦੂਜੇ ਉੱਤੇ ਅਟੈਕ ਕਰ ਰਹੇ ਹਨ। ਉਹ ਦੁਨਿਆਵੀ ਵਾਰ ਹਨ। ਇਹ ਰੂਹਾਨੀ ਵਾਰ ਹੈ ਕਿ ਆਪਣੇ ਮਨ ਦੇ ਵਿਕਾਰਾਂ ਨੂੰ ਕਾਬੂ ਰੱਖਣਾ ਇਹ ਵਾਰ ਹੈ, ਜਿਸ ਵਿੱਚ ਮਨ ਨੂੰ ਕਾਬੂ ਦੱਸਣ ਦਾ, ਕਰਨ ਦਾ ਤਰੀਕਾ ਦੱਸਿਆ ਗਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ 3 ਵਾਰਾਂ ਹਨ। ਮਾਝ ਦੀ ਵਾਰ, ਆਸਾ ਦੀ ਵਾਰ ਤੇ ਮਲਾਰ ਦੀ ਵਾਰ। ਤਿੰਨੋਂ ਵਾਰਾਂ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ। ਤੇ ਇਸ ਵਾਰ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਸਿੱਖਿਆ ਦੇ ਰਹੇ ਹਨ। ਦੁਖ ਦਾਰੂ ਸੁਖ ਰੋਗ ਭਇਆ, ਐ ਮਨਾ ਦੁੱਖ ਦਾਰੂ। ਦਾਰੂ ਕਿਹਨੂੰ ਹੁੰਦੇ? ਦਾਰੂ ਉਹ ਚੀਜ਼ ਨਹੀਂ ਜਿਹੜੀ ਦੁਨੀਆ ਪੀਂਦੀ ਹੈ। ਇਹ ਦਾਰੂ ਦਵਾਈ ਹੈ। ਸਿਆਣੇ ਕਹਿੰਦੇ ਕੋਈ ਦਵਾਈ ਦੂਈ ਕਰ, ਦਾਰੂ ਬੂਟੀ ਕਰ ਕੋਈ। ਇਹ ਪੁਰਾਣੀ ਬੋਲੀ ਹੈ, ਅਸੀਂ ਉਹਨੂੰ ਭੁੱਲ ਹੀ ਗਏ ਪੁਰਾਣੀ ਬੋਲੀ। ਇਹ ਆਸਾ ਦੀ ਵਾਰ ਵਿੱਚ ਇਸ ਤਰ੍ਹਾਂ ਡੂੰਘੇ ਸ਼ਬਦ ਆਉਂਦੇ ਨਾ ਪੁਰਾਣੀ ਬੋਲੀਆਂ ਦੇ, ਲੋਕਿਕ ਭਾਸ਼ਾ ਦੇ, ਖੇਤਰੀ ਭਾਸ਼ਾ ਦੇ। ਉਹ ਭਾਸ਼ਾ ਨੂੰ ਸ਼ਬਦ ਤੇ ਗਿਆ ਪਾਤਸ਼ਾਹ ਨੇ। ਬੰਦਿਆ ਦੁੱਖ ਦਾਰੂ, ਜੇ ਕਿਸੇ ਨੂੰ ਦੁੱਖ ਮਿਲਦਾ ਹੋਵੇ ਫਿਰ ਕੀ ਹੁੰਦਾ ਹੈ? ਸੋਚੋ ਇੱਕ ਮਿੰਟ। ਕਥਾ ਨਹੀਂ ਕਰਨੀ, ਸੋਚਣਾ ਬਸ ਆਪਣੇ ਆਪ ਦਾ। ਕਥਾ ਤਾਂ ਹੁੰਦੀ ਕਰਤੇ ਚਲੇ ਗਏ ਘਰ ਆਪਣੇ। ਜੇ ਦੁੱਖ ਮਿਲ ਗਿਆ ਫਿਰ ਕੀ ਹੋਵੇਗਾ? ਅਸੀਂ ਦੁੱਖ ਵਿੱਚ ਰੱਬ ਨੂੰ ਯਾਦ, ਰੱਬ ਜੀ ਦੁੱਖ ਦੂਰ ਕਰ ਦਿਓ, ਦੁੱਖ ਦੂਰ ਕਰ ਦਿਓ। ਰੱਬ ਦੀ ਯਾਦ ਆ ਗਈ ਨਾ, ਦਵਾਈ ਮਿਲ ਗਈ। ਉਹ ਦੁੱਖ ਵਿੱਚ ਰੱਬ ਦੀ ਯਾਦ ਆਉਂਦੀ ਹੈ। ਦੁੱਖ ਵਿੱਚ ਭਾਣਾ ਮੰਨਣਾ ਬੰਦਾ ਸਿੱਖਦਾ ਹੈ। ਐਵੇਂ ਨਹੀਂ ਭਾਣਾ ਮੰਨਣਾ ਹੁੰਦਾ। ਜੇ ਦੁੱਖ ਆਉਂਦਾ ਹੈ ਨਾ ਫਿਰ ਕਹਿੰਦੇ ਰੱਬ ਜੀ ਤੇਰਾ ਭਾਣਾ ਹੀ ਹੈ ਬਸ। ਭਾਣਾ ਕੀ ਹੈ? ਰੱਬ ਦੀ ਦਿੱਤੀ ਹੋਈ ਦਾਤ ਹੈ। ਇਹ ਭੇ
ਦਾਤ ਤੇਰੀ ਦਾਤਾਰ, ਕੀਤਿਆ ਦੁਖ ਭੋਗ ਸਦ ਮਾਰ। ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਦਾਤਾਰ। ਉਹਦੀ ਦਾਤ, ਉਸ ਨਾਲ ਜੁੜਨਾ ਹੈ। ਇਹ ਦਵਾਈ ਬਣ ਗਈ ਹੈ। ਤਾਂ ਹੀ ਸੰਤ ਮਹਾਤਮਾ ਪਹਿਲੀ ਗੱਲ ਤਾਂ ਕੁਝ ਮੰਗਦੇ ਹੀ ਨਹੀਂ। ਜੇ ਮੰਗਦੇ ਵੀ ਨਾ, ਕੀ ਕਹਿੰਦੇ, ਰੱਬ ਜੀ ਦੁੱਖ ਦੇ ਦੀ, ਦੁੱਖ ਦੇ ਦੀ। ਸੁਖ ਕੋ ਮੰਗੈ ਸਭ ਕੋ, ਦੁੱਖ न मांगे कोई। सुख है को दुख अगला, अगला का अर्थ है बहुता। मंगते सुख हाँ, सुख तो बाद दुख ज्यादा ही आउंदा है खालसा जीओ। ते ध्यान ये भी रखिए, सुख दुख अपने कर्मां दे हन। असीं किसी तो सुख की आस ना करिए, अपने कर्मां दे हन। सुख दुख पूर्व जन्म के किए, सो जाने जिन दाता दिए। वो तो रब ने जो बख्शिश किया पिछले जन्मां दा सानू मिलना है। तो फिर सुख क्यों मंगते हैं? पातशाह कहते सुख रोग भया, जो सुख मंगते हैं रोग आ जाता है कि रब जी ये दे दी, वो दे दी। असी उन्हां च गलतान हो गए, सुखां विच रब नूं भुल गए तो रोग बन गया। जिथे रब भुल गया उथे रोग है। 12 माह माझ विच एक पंक्ति आप जी नूं शायद याद होनी, रोग कदों आउंदे? परमेश्वर ते भुलिया व्यापन सभे रोग। सुख रोग भया, रब भुल गया रोग आ गया। विआह शादी होवे किसी दी, बंदा नचदा टपदा है, बहुत कुछ करता है, सुख कहते सुख आ गया, उत्थे कोई विरले नूं रब याद आंदा है, सारे रब भुल जांदा है लगभग। किसी का मरना परना होवे, राम राम वाहिगुरु, दुख है ना, रब दी याद है खालसा जीओ। पातशाह कहते मेरे मना परमेश्वर ते भुलिया, परमेश्वर ते भुलिया, परमेश्वर ते भुलिया, परमेश्वर ते भुलिया। व्यापन सबे रोग, व्यापन सबे रोग, व्यापन सबे रोग, व्यापन सबे रोग। रब तो भुल गए, दूर हो गए, सारे रोग व्याप गए। दुख दारू सुख रोग भया, जा सुख। इत्थे सुख का अर्थ है आत्मक सुख। जा सुख ताम ना होई, ताम कहंदे कोई इच्छा नहीं रहिंदी। जिथे इच्छा ना होवे उत्थे आत्मक सुख आउंदा है। कल शाम की कथा विच भगत प्रहलाद जी नूं रब ने पुछ लिया, रब जी पुछदे प्रहलाद कुछ लैना ही, मंग लै कुछ। कहन लगे रब जी कुछ नहीं चाहिए। मंग लै कुछ, कहना रब जी मंगांगा ना वारी वट्टा हो जाएगा, आदान प्रदान हो जाएगा कि तुहाडी भगती करके मैं कुछ लै रहा तो मैनू की मिलेगा बादशाह? जे असीं कुछ मंगते हाँ, समझ लो गुरुद्वारे आए, वो इससे की लग लिया अब जी सुख दे दिया, अज बराबर हो गया ना। फिर तो आदान प्रदान हो गया बादशाह, वो बाणीए वांग बन गए सीधा। रब जी है ना आखो, ये आखो मेरे मन की इच्छा ही सड़ जावे, बस अपने आप सब कुछ आ गया। बंदा जिमें जितना मंगता ना, इच्छा अग है, अग भी जो पाओगे सड़ के सवा हो जाएगा खालसा जी। पाव उस इच्छा भी जो दात मंगांगे वो दात साडी खालसा जी, असी उस नाल जुड़ जाएंगे। दात प्यारी विसरिया दातारा, परमात्मा भुल जाएगा। प्रहलाद जी कहते रब जी कुछ देना है ना,
ਇਹ ਦੇ ਦੇਣਾ ਕਿ ਮੇਰੇ ਮਨ ਦੀ ਇੱਛਾ ਸ਼ਾਂਤ ਹੋ ਜਾਵੇ। ਜਾ ਸੁਖ ਤਾਮ, ਤਾਮ ਕਹਿੰਦੇ ਇੱਛਾ ਨਾ ਹੋਈ, ਨਾ ਹੋਵੇ ਪਾਤਸ਼ਾਹ। ਜਿੱਥੇ ਰੂਹਾਨੀ ਸੁੱਖ ਹੈ ਕੋਈ ਉੱਥੇ ਇੱਛਾ ਨਹੀਂ ਰਹਿੰਦੀ। ਤਾਮ ਦਾ ਦੂਜਾ ਅਰਥ ਹੈ ਤਾਮ, ਜਿੱਥੇ ਖਾਲਸਾ ਜੀ ਕੋਈ ਰੋਗ ਨਾ ਰਵੇ ਉੱਥੇ ਕੋਈ ਰੋਗ ਵੀ ਨਾ ਰਹਿੰਦਾ ਖਾਲਸਾ ਜੀ। ਜਿੱਥੇ ਵਾਹਿਗੁਰੂ ਆ ਜਾਏ ਨਾ, ਜਾ ਸੁਖ, ਜਿੱਥੇ ਰੂਹਾਨੀ ਸੁੱਖ ਆ ਗਿਆ, ਆਤਮ ਆਨੰਦ ਆ ਗਿਆ, ਉੱਥੇ ਕੋਈ ਰੋਗ ਨਹੀਂ ਰਹਿੰਦਾ ਖਾਲਸਾ ਜੀ। ਉਹ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਭੁੱਲੇ ਨਹੀਂ ਜੁੜੇ ਹੋਏ ਆ, ਜੁੜੇ ਹੋਏ ਆ ਤੱਤੀ ਤਵੀ ਤੇ ਬੈਠੇ ਵਾਹਿਗੁਰੂ। ਬੰਦ ਬੰਦ ਕੱਟੇ ਜਾ ਰਹੇ ਸਿਮਰਨ ਭਜਨ, ਖੋਪਰੀਆਂ ਲਾਈ ਜਾ ਰਹੀਆਂ, ਵਾਹਿਗੁਰੂ ਚੱਲੀ ਜਾ ਰਿਹਾ ਉੱਥੇ। ਤਾਂ ਉਹ ਅਵਸਥਾ ਹੈ। ਦੁਨਿਆਵੀ ਲੈਵਲ ਵਿੱਚ ਸੁੱਖ ਦੁੱਖ ਚੱਲਦੇ ਹਨ, ਰੂਹਾਨੀ ਲੈਵਲ ਤੇ ਸੁੱਖ ਦੁੱਖ ਨਹੀਂ ਹੁੰਦੇ ਖਾਲਸਾ ਜੀਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਜੀ ਗੱਲ, ਸੁੱਖ ਦੁੱਖ ਹੈ ਹੀ ਨਹੀਂ, ਰੱਬ ਦੇ ਘਰ ਨਹੀਂ ਹੈਗੇ, ਆਤਮ ਉਡਾਰੀ ਮੰਡਲ ਵਿੱਚ ਨਹੀਂ ਹੈ, ਉੱਥੇ ਕੇਵਲ ਆਨੰਦ ਹੈ। ਸੁੱਖ ਦੁੱਖ ਦੁਨਿਆਵੀ ਲੈਵਲ ਤੇ ਹਨ, ਦੁਨਿਆਵੀ ਲੈਵਲ ਹੈ। ਅਸੀਂ ਇੱਥੇ ਘੁੰਮਦੇ ਪਏ ਹਾਂ, ਇੱਛਾ ਤਮੰਨਾ ਕਰਦੇ ਹਾਂ, ਸੁੱਖ ਦੁੱਖ ਹੈ। ਤੇ ਜਿਹੜਾ ਆਤਮਿਕ ਮੰਡਲ ਵਿੱਚ ਪਹੁੰਚ ਗਿਆ, ਜਾ ਸੁਖ ਤਾਮ ਨਾ ਹੋਈ, ਜਿੱਥੇ ਆਤਮਿਕ ਰੂਹਾਨੀ ਆਨੰਦ ਆ ਗਿਆ ਉੱਥੇ ਕੁਝ ਵੀ ਨਹੀਂ ਰਹਿੰਦਾ। ਉਹ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੇ ਨਾ ਹੋਏ। ਉੱਤੇ ਲੈਵਲ ਤੇ ਆ ਰਹੇ ਪਾਤਸ਼ਾਹ। ਰੱਬ ਜੀ ਤੁਸੀਂ ਜੋ ਕਰਨਾ ਕਰੀ ਜਾ ਰਹੇ ਹੋ, ਤੂੰ ਕਰਤਾ ਕਰਨਾ, ਕਰਤਾ ਕਰਨ ਵਾਲੇ ਵੀ ਤੁਸੀਂ ਹੋ ਤੇ ਮਹਾਰਾਜ ਕਰਾਉਣ ਵਾਲੇ ਵੀ ਤੁਸੀਂ ਹੋ। ਮੈਂ ਨਹੀਂ, ਮੈਂ ਕੁਛ ਕਰਨ ਵਾਲਾ ਨਹੀਂ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ। ਜੇ ਕੁਝ ਮੈਂ ਕਰਦਾ ਨਾ ਹੋਈ, ਮੇਰਾ ਕੀਆ ਕੁਛ ਨਹੀਂ ਹੋਣਾ। ਹਮਾਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਰੱਬ ਜੀ ਮੈਂ ਕੀ ਕਰਾਂਗਾ, ਮੇਰੇ ਤੋਂ ਕੁਝ ਨਹੀਂ ਹੋਣਾ। ਬਲਿਹਾਰੀ ਕੁਦਰਤ ਵਸਿਆ। ਬਲਿਹਾਰੀ ਜਾਈਏ ਐਸੇ ਅਕਾਲ ਪੁਰਖ ਤੋਂ ਜਿਹੜਾ ਵਾਹਿਗੁਰੂ ਕੁਦਰਤ ਦੇ ਅੰਦਰ ਵਿਰਾਜਮਾਨ ਹੈ ਖਾਲਸਾ ਜੀ। ਕੁਦਰਤ ਕਹਿੰਦੇ ਇਹ ਸ੍ਰਿਸ਼ਟੀ, ਕੁਦਰਤ ਹੈ ਸਾਡਾ ਸਰੀਰ, ਕੁਦਰਤ ਹੈ ਪਰਮਾਤਮਾ, ਜੋ ਸਾਰੇ ਪਾਸੇ ਵਾਹਿਗੁਰੂ ਵਸਿਆ ਹੋਇਆ ਹੈ। ਉਸ ਵਾਹਿਗੁਰੂ ਤੋਂ ਬਲਿਹਾਰ ਜਾਈਏ। ਤੇਰਾ ਅੰਤ ਨਾ ਜਾਏ ਲਖਿਆ। ਐ ਰਾਮ ਜੀ ਤੇਰਾ ਅੰਤ ਕੋਈ ਪਾ ਲਵੇਗਾ, ਨਹੀਂ ਪਾ ਸਕਦਾ। ਤੇਰਾ ਅੰਤ ਨਾ ਜਾਈ ਲਖਿਆ। ਲਖਿਆ ਕਹਿੰਦੇ ਜਾਣ ਸਕਦਾ ਹੈ ਕੋਈ, ਨਹੀਂ ਜਾਣ ਸਕਦਾ। ਰੱਬ ਜਰੇ ਜਰੇ 'ਚ ਬੈਠਾ ਹੈ। ਕਿਸੇ ਦੇ ਘਰ ਦੇ ਬਾਹਰ ਕੋਈ ਦਰਵੇਸ਼ ਆ ਗਿਆ, ਉਹਨੇ ਜਾਣਾ ਵੀ ਕੋਈ ਆਮ ਹੀ ਬੰਦਾ ਹੋਵੇਗਾ, ਚੱਲ ਬਾਹਰ ਚੱਲ। ਰੱਬ ਤਾਂ ਉਹਦੇ ਵਿੱਚ ਵੀ ਇਹ ਬੈਠਾ ਭਾਈ, ਹਰ ਜੀ 'ਚ ਉਹ ਬੈਠਾ ਹੈ। ਬਲਿਹਾਰੀ ਕੁਦਰਤ ਵਸਿਆ, ਹਰ ਪਸ਼ੂ ਵਿੱਚ ਹੈ, ਹਰ ਪੰਛੀ ਵਿੱਚ ਹੈ, ਹਰ ਫੁੱਲ ਵਿੱਚ ਹੈ। ਬੰਦਾ ਫੁੱਲ ਤੋੜਦਾ ਹੈ ਕਿ ਰੱਬ ਨੂੰ ਭੇਟਾ ਕਰਾਂ, ਬੰਦਿਆ ਪਾਤੀ ਤੋਰੈ ਮਾਲਣੀ। ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਭੂਲੀ ਮਾਲਣੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਰਹਾਓ ਸਭ ਕੁਛ ਆਪ ਹੈ। ਬ੍ਰਹਮ ਪਾਤੀ ਬਿਸਨਦਾਰੀ, ਫੂਲ ਸ਼ੰਕਰ ਦਿਓ। ਤੀਨ ਦੇ ਪ੍ਰਤਖ ਤੋਰੈ, ਕਰੈ ਕਿਸ ਕੀ ਸੇਵ। ਕਿਹਦੀ ਸੇਵਾ ਕਰ ਰਹੇ ਹੋਏ? ਉਹ ਰੱਬ ਦੇ ਪਿਆਰਿਆ, ਹਰ ਜੀਵ ਵਿੱਚ ਉਹ ਆਪ ਹੈ। ਬਲਿਹਾਰੀ ਕੁਦਰਤ ਵਸਿਆ। ਬਲਿਹਾਰ ਜਾਈਏ ਅਕਾਲ ਪੁਰਖ ਵਾਹਿਗੁਰੂ ਤੋਂ, ਜਿਹੜਾ ਜਰੇ ਜਰੇ ਵਿੱਚ ਵਸਿਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕੇ ਇੱਕੋ ਰਹਾਉ ਆਸਾ ਦੀ ਵਾਰ ਵਿੱਚ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। 462 ਅੰਗ ਤੋਂ ਆਸਾ ਦੀ ਵਾਰ ਆਰੰਭ ਹੁੰਦੀ ਹੈ, 75 ਅੰਗ ਤੱਕ ਇਹਦੀ ਸਮਾਪਤੀ ਹੁੰਦੀ ਹੈ। ਅੱਗੇ ਸੁੱਧ ਹੈ ਤੇ ਇਹਨਾਂ
13 ਅੰਗਾਂ ਦੇ ਵਿੱਚ ਇੱਕੋ ਹੀ ਰਹਾਉ ਹੈ ਖਾਲਸਾ ਜੀ, ਬਸ ਇਸੇ ਸ਼ਬਦ ਵਿੱਚ ਰਹਾਉ ਟਿੱਕੇ ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਂਹ ਫਰਮਾਨ ਕਰਦੇ ਹਨ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਜਾਤ ਮਹਿ ਜੋਤ, ਜਾਤ ਕੀ ਹੈ? ਸ੍ਰਿਸ਼ਟੀ, ਵੱਖ ਵੱਖ ਜਾਤਾਂ, ਵੱਖ ਵੱਖ ਜਿਨਸਾਂ, ਵੱਖ ਵੱਖ ਸਰੂਪ, ਸਾਰਿਆਂ 'ਚ ਕੌਣ ਹੈ? ਪ੍ਰਮਾਤਮਾ ਹੈ। ਜਾਤ ਮਹਿ ਜੋ ਜਿਤਨੇ ਜੀ ਬੈਠੇ ਆ ਜਾਤ ਬੈਠੇ ਆ, ਕਿਹਦੇ 'ਚ ਜੋਤ ਨਹੀਂ ਦੱਸੋ? ਸਾਰਿਆਂ ਵਿੱਚ ਹੈ। ਕੋਈ ਆਖੇ ਜੀ ਇਹ ਫੁੱਲਾਂ 'ਚ ਜੋਤ ਨਹੀਂ, ਇਹਨਾਂ ਵਿੱਚ ਵੀ ਸੁੱਕੇ ਭਾਵੇਂ ਆਰਟੀਫਿਸ਼ਲ, ਇਹਨਾਂ ਵਿੱਚ ਵੀ ਹੈ। ਰੱਬ ਦੀ ਜੋਤ ਜੜ ਚੇਤਨ ਦੋ ਪ੍ਰਕਾਰ ਦੀ ਹੈ, ਜੜ ਵੀ ਹੈ ਚੇਤਨ ਵੀ ਹੈ। ਚੇਤਨ ਸੱਤਾ ਵੀ ਤਾਂ ਉਹਦੀ ਹੈ, ਜੜ ਵਿੱਚ ਜੜ ਪੁੜਾ ਵੀ ਉਹਦਾ ਹੈ। ਹੁਣ ਪੱਥਰ ਕਿਵੇਂ ਬਣਿਆ ਦੱਸੋ? ਉਹਨੇ ਆਪਣੇ ਅੰਦਰ ਪੈਦਾ ਕੀਤਾ ਨਾ। ਸ੍ਰਿਸ਼ਟੀ 'ਚ ਪੱਥਰ ਵੀ ਤਾਂ ਹੈ, ਪੱਥਰ ਵੀ ਤਾਂ ਰੱਬ ਨੇ ਪੈਦਾ ਕੀਤਾ, ਉਹਦੇ ਅੰਦਰੋਂ ਆਇਆ ਨਾ। ਅੰਦਰੋਂ ਜਿਹੜੀ ਚੀਜ਼ ਉਹਦੇ ਆਈ ਉਹ ਜੋਤ ਰੂਪ ਹੈ। ਕੋਈ ਵੀ ਸ੍ਰਿਸ਼ਟੀ 'ਚ ਐਸੀ ਚੀਜ਼ ਨਹੀਂ ਜਿਹੜੀ ਰੱਬ ਨੇ ਆਪ ਨਾ ਪੈਦਾ ਕੀਤੀ ਹੋਵੇ, ਉਹ ਆਪ ਰੂਪ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਭਾਈ ਉਸ ਜੋਤ ਵਿੱਚ ਜੁੜੀਏ। ਹੁਣ ਦੂਜਾ ਭਾਵ ਦੇਖੋ ਰੂਹਾਨੀ, ਜਾਤਾਂ ਨੂੰ ਛੱਡ ਕੇ ਜੋਤ ਵਿੱਚ ਚਲੀਏ, ਜੋਤ ਵਿੱਚ ਪਹੁੰਚ ਕੇ ਰੱਬ ਨੂੰ ਜਾਣ ਲਈਏ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਭਾਵ ਹਰ ਜੋਤ ਵਿੱਚ ਰੱਬ ਦਾ ਸਰੂਪ ਹੈ। ਰੱਬ ਦਾ ਸਰੂਪ, ਰੱਬ ਦੀ ਜੋਤ ਹਰ ਥਾਂ ਤੇ ਹੈ, ਹਰ ਜੀਵ ਵਿੱਚ ਹੈ, ਹਰ ਜਰੇ ਜਰੇ ਵਿੱਚ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਜੋ ਕਲਪਨਾ ਤੋਂ ਰਹਿਤ ਹੈ ਵਾਹਿਗੁਰੂ, ਉਹਦੀ ਕਲਾ ਸਾਰੇ ਪਾਸੇ ਭਰਪੂਰ ਰਹਿਆ। ਇੱਕ ਨੱਕੋ ਨੱਕ ਲਗਾਤਾਰ ਉਹ ਵਿਆਪਕ ਹੈ, ਪੂਰੀ ਹੋਈ ਹੈ ਰੱਬ ਦੀ ਕਲਾ। ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੇ ਸੋ ਪਾਰ ਪਿਆ। ਰੱਬ ਜੀ ਤੁਸੀਂ ਸੱਚੇ ਸਾਹਿਬ ਹੋ। ਦੁਨਿਆਵੀ ਬਾਦਸ਼ਾਹ ਜੰਮਦੇ ਹਨ ਮਰਦੇ ਹਨ, ਸਾਹਿਬ ਮਾਲਕ ਦੁਨਿਆਵੀ ਮਾਲਕ ਆਉਂਦੇ ਹਨ ਜਾਂਦੇ ਹਨ, ਤੁਸੀਂ ਸੱਚੇ ਹੋ ਬਾਦਸ਼ਾਹ। ਸਿਫਤ ਸਵਾਲਿਓ, ਤੁਹਾਡੀ ਸਿਫਤੀ ਬੜੀ ਸੁੰਦਰ ਹੈ, ਸੋਹਣੀ ਹੈ, ਸਾਡੇ ਅੰਦਰ ਰਸ ਪੈਦਾ ਕਰਨ ਵਾਲੀ। ਜਿਨ ਕੀਤੀ ਸੋ ਪਾਰ ਪਿਆ, ਜਿਸਨੇ ਤੁਹਾਡਾ ਨਾਮ ਜਪਿਆ ਬਾਦਸ਼ਾਹ, ਉਹ ਦੁਨੀਆ ਸਾਗਰ ਤੋਂ ਬਾਹਰ ਹੋ ਗਿਆ। ਵਾਹਿਗੁਰੂ ਗੁਰੂ। ਜਪਦੇ ਤਾਂ ਅਸੀਂ ਹੈ ਨਹੀਂ, ਵੀ ਲੋੜ ਹੈ ਜਪਣ ਦੀ। ਬਾਬਾ ਜੀ ਜਪੇ ਜਾਣ ਆਪਣੇ ਆਪ। ਉਹ ਜਿਹੜਾ ਜਪੇਗਾ ਉਹੀ ਪਾਰ ਹੋਵੇਗਾ। ਫਿਰ ਨਾ ਕਹਿ ਦੇਣਾ ਬਾਬਾ ਜੀ ਗੁਰਦੁਆਰੇ ਵੀ ਰੋਜ਼ ਆਉਂਦੇ ਫਿਰ ਵੀ ਦੁੱਖ ਲੱਗਦੇ। ਉਹ ਆਂਦੇ ਲੱਗਦੇ ਤਾਂ ਮੰਨਦੇ ਨਹੀਂ ਗੱਲ ਨੂੰ ਰੱਬ ਦੀ, ਨਾ ਜਪਦੇ ਨਾ ਰੱਬ ਦੀ ਗੱਲ ਨੂੰ ਮੰਨਦੇ, ਫਿਰ ਕਿਵੇਂ ਖਾਲਸਾ ਜੀ ਉਹ ਦੁੱਖ ਦੂਰ ਹੋਣਗੇ? ਦੇਖੋ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਜਿਹੜਾ ਖਾਵੇਗਾ ਜਿਹੜਾ ਪਚਾਵੇਗਾ ਉਹਨੂੰ ਭਾਈ ਉਹਦਾ ਬੇੜਾ ਪਾਰ ਹੋਵੇਗਾ। ਜਿਨ ਕੀਤੀ ਸੋ ਪਾਰ ਪਿਆ, ਜਿਸਨੇ ਰੱਬ ਦੀ ਸਿਫਤ ਕੀਤੀ ਉਹ ਦੁਨੀਆ ਸਾਗਰ ਤੋਂ ਪਾਰ ਹੋ ਗਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਉਹ ਰੱਬ ਦੀਆਂ ਗੱਲਾਂ ਜੋ ਉਹਨੇ ਕਰਨਾ ਕਰੀ ਜਾ ਰਿਹਾ। ਉਹ ਬਸ ਜੋ ਕਿਛ ਕਰਨਾ, ਜੋ ਉਸਨੇ ਕਰਨਾ ਹੈ ਨਾ ਉਹ ਕਰ ਰਿਹਾ ਹੈ, ਕਰਦਾ ਰਹੇਗਾ। ਅਸੀਂ ਉਹਦੇ ਕੀਤੇ
ਕੋਈ ਰੋਕ ਸੋਕ ਨਹੀਂ ਲਾ ਸਕਦੇ ਖਾਲਸਾ ਵੀ ਰੁਕ ਜਾ ਰੱਬ ਜੀ ਇਹ ਨਾ ਕਰੋ। ਨਾ ਭਾਈ, ਰੱਬ ਨੇ ਜੋ ਕਰਨਾ ਉਹਨੇ ਕਰ ਹੀ ਦੇਣਾ ਹੈ। ਉਹਨੇ ਸੁੱਖ ਵਿੱਚੋਂ ਦੁੱਖ ਪੈਦਾ ਕਰ ਦੇਣੇ ਹਨ, ਦੁੱਖ ਵਿੱਚੋਂ ਸੁੱਖ ਪੈਦਾ ਕਰ ਦੇਣੇ ਨੇ। ਉਹ ਰੱਬ ਦੀ ਆਪਣੀ ਕਲਾ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ। ਇੱਥੇ ਕਹਿਣ ਦਾ ਭਾਵ ਪਾਤਸ਼ਾਹ ਦਾ, ਅਕਾਲ ਪੁਰਖ ਬਹੁਤ ਵੱਡਾ ਹੈ ਭਾਈ, ਜੋ ਉਹਨੇ ਕਰਨਾ ਹੈ ਉਹ ਕਰੀ ਜਾਣਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਮਹੱਲਾ ਦੂਜਾ। ਦੂਜੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ। ਜੋਗ ਸ਼ਬਦੰ ਗਿਆਨ ਸ਼ਬਦੰ। ਸ਼ਬਦੰ ਅਸਲ ਸ਼ਬਦ ਹੈ ਸ਼ਬਦੰ, ਸ਼ਬਦ। ਸ਼ਬਦ ਦਾ ਇੱਥੇ ਅਰਥ ਹੈ ਧਰਮ। ਜੋਗੀ ਦਾ ਧਰਮ ਕੀ ਹੈ? ਗਿਆਨ ਕਮਾਣਾ। ਜੋਗੀ ਸ਼ਬਦ ਹੈ ਯੁਜ, ਇਹ ਤੋਂ ਬਣਿਆ ਯੋਗ, ਯੁਜ ਜੋਗ, ਜੋਗੀ। ਉਹਦਾ ਧਰਮ ਕੀ ਹੈ? ਜੁੜਨਾ। ਜੁੜੇਗਾ ਅੰਦਰ ਸਰੂਪ ਦਾ ਗਿਆਨ ਆਵੇਗਾ। ਜਦ ਤੱਕ ਬੰਦਾ ਜੁੜੇਗਾ ਹੀ ਨਹੀਂ, ਆਪਣੇ ਸਰੂਪ ਦਾ ਗਿਆਨ ਕਿਵੇਂ ਆਵੇਗਾ? ਅੱਖੋ ਸਤਨਾਮ ਸ਼੍ਰੀ ਵਾਹਿਗੁਰੂ। ਬੰਦੇ ਦੀਆਂ ਅੱਖਾਂ, ਨੇਤਰ, ਇਹ ਗਿਆਨ ਨਹੀਂ ਹੋਣ ਦਿੰਦੇ ਬੰਦੇ ਨੂੰ। ਜਦ ਤੱਕ ਇਹ ਚਸ਼ਮ ਦੀਦਮ, ਇਹ ਬਾਹਰ ਦੇਖਦੇ ਹਨ ਦੁਨੀਆ ਨੂੰ, ਗਿਆਨ ਨਹੀਂ ਹੋਣ ਦਿੰਦੇ। ਤੇ ਐ ਮੇਰੇ ਮਨਾ, ਆਪਣੇ ਨੇਤਰਾਂ ਨੂੰ ਮੂੰਦ ਕੇ ਆਪਣੇ ਸਰੂਪ ਦਾ ਧਿਆਨ ਲਗਾ। ਜੋਗ ਸ਼ਬਦੰ ਗਿਆਨ ਸ਼ਬਦੰ। ਐ ਮੇਰੇ ਮਨਾ, ਆਪਣੇ ਸਰੂਪ ਦਾ ਧਿਆਨ ਲਗਾ। ਤੈਨੂੰ ਅੰਦਰ ਆਤਮ ਗਿਆਨ ਆਵੇਗਾ, ਰੂਹਾਨੀ ਗਿਆਨ ਆਵੇਗਾ। ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣ ਦਾ ਧਰਮ ਕੀ ਹੈ? ਵੇਦਾਂ ਦੀ ਵਿਚਾਰ ਕਰਨੀ। 6 ਕਰਮ ਮੰਨੇ ਗਏ ਬ੍ਰਾਹਮਣ ਦੇ। ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਯੱਗ ਕਰਨਾ, ਯੱਗ ਕਰਵਾਉਣਾ, ਦਾਨ ਦੇਣਾ, ਦਾਨ ਲੈਣਾ। 6 ਮੰਨੇ ਜਾਂਦੇ। 6 ਦੂਜੇ ਹਨ, ਜਪ ਤਪ ਆਦਿ ਕਰਨਾ। ਇਹ ਬ੍ਰਾਹਮਣ ਦਾ ਧਰਮ ਹੈ। ਬ੍ਰਾਹਮਣ ਉਹਨਾਂ ਕਰਮਾਂ 'ਚ ਗਲਤਾਨ ਹੈ। ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣ ਦਾ ਧਰਮ ਹੈ ਕਿ ਵੇਦਾਂ ਨੂੰ ਪੜ੍ਹਨਾ, ਗਿਆਨ ਪ੍ਰਾਪਤ ਕਰਨਾ। ਹਰੇ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀ ਛਤਰੀ ਯੋਧਾ। ਯੋਧੇ ਦਾ ਕਰਮ ਕੀ? ਸੂਰਤਾ ਰੱਖਣੀ, ਯੁੱਧਮਈ ਬਿਰਤੀ ਰੱਖਣੀ, ਜੰਗ ਯੁੱਧ ਕਰਨਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਉਹ ਸੂਰਮਤਾਈ ਉਹਦਾ ਧਰਮ ਹੈ ਖਾਲਸਾ ਜੀ। ਖੱਤਰੀ ਦਾ ਧਰਮ ਕੀ ਹੈ? ਸੂਰਮਤਾਈ ਧਾਰਨ ਕਰਨੀ। ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਪ੍ਰਾਕ੍ਰਿਤ ਕਹਿੰਦੇ ਖਾਲਸਾ ਦੂਜਿਆਂ ਦੀ ਸੇਵਾ ਕਰਨੀ, ਪਰਾਏ ਦੀ ਕਿਰਤ ਕਰਨੀ, ਪਰਾਏ ਦਾ ਕੰਮ ਕਰਨਾ, ਪਰਾਏ ਦੀ ਸੇਵਾ ਕਰਨੀ। ਕਿਹਦਾ ਧਰਮ ਹੈ? ਇਹ ਸ਼ੂਦਰ ਦਾ ਧਰਮ ਹੈ। ਇਹ ਦੱਸ ਰਹੇ ਉਹ ਧਰਮ 2 ਤਰ੍ਹਾਂ ਦੇ ਹੁੰਦੇ, ਇੱਕ ਸਧਾਰਨ, ਇੱਕ ਅਸਧਾਰਨ। ਅੱਖੋ ਸਤਨਾਮ ਸ਼੍ਰੀ ਵਾਹਿਗੁਰੂ। ਸਧਾਰਨ ਧਰਮ ਹੈ ਜੋ ਦੁਨੀਆ 'ਚ ਵਰਤ ਰਿਹਾ ਹੈ। ਅਸਧਾਰਨ ਜਿਹੜਾ ਖਾਸ ਹੈ, ਸਾਧਾਰਨ ਧਰਮ, ਉਹ ਕੀ ਹੈ? ਹੁਣ ਦੱਸਦੇ ਹਨ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ। ਅਸਾਧਾਰਨ ਜੋ ਆਮ ਨਾ ਹੋਵੇ। ਬ੍ਰਾਹਮਣ ਦਾ ਏ, ਖੱਤਰੀ ਦਾ ਏ, ਸ਼ੂਦਰ ਦਾ ਏ, ਵੈਸ਼ ਦਾ ਏ। ਹੁਣ ਆ ਗਿਆ ਸਾਧਾਰਨ। ਸਭ ਦਾ ਸਾਂਝਾ ਧਰਮ ਕੀ ਹੈ? ਸਰਬ ਸ਼ਬਦੰ ਏਕ ਸ਼ਬਦੰ। ਸਭ ਦਾ ਸਾਂਝਾ ਧਰਮ ਹੈ ਇੱਕ ਸ਼ਬਦ, ਨਾਮ ਰਸ ਨੂੰ ਕਮਾਣਾ। ਵਾਹਿਗੁਰੂ ਜਪਣਾ ਸਭ ਦਾ ਸਾਂਝਾ ਧਰਮ। ਖੱਤਰੀ ਵੀ ਜਪ ਸਕਦਾ ਇਹਨੂੰ, ਸ਼ੂਦਰ ਵੀ ਜਪ ਸਕਦਾ ਹੈ। ਪਹਿਲਾਂ ਵੰਡੀਆਂ ਪਾਈਆਂ ਹੋਈਆਂ ਸਨ ਕਿ ਬ੍ਰਾਹਮਣ ਹੀ ਵੇਦਾਂ ਨੂੰ ਪੜ੍ਹੇਗਾ,
ਸ਼ੂਦਰ ਨੂੰ ਅਧਿਕਾਰ ਹੀ ਨਹੀਂ। ਪਾਤਸ਼ਾਹ ਕਹਿੰਦੇ ਛੱਡੋ ਪਰੇ ਨੂੰ ਭਾਈ, ਸਾਂਝਾ ਧਰਮ ਦਿੱਤਾ ਭਾਈ, ਜੋ ਮਰਜ਼ੀ ਰੱਬ ਦਾ ਭਜਨ ਕਰੇ, ਜੋ ਮਰਜ਼ੀ ਰੱਬ ਦਾ ਕੋਈ ਸਿਮਰਨ ਕਰੇ, ਸਭ ਨੂੰ ਅਧਿਕਾਰ ਹੈ। ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਹ ਵਰਨਾ ਕੋ ਸਾਂਝਾ ਉਪਦੇਸ਼। ਪਾਤਸ਼ਾਹ ਕਹਿੰਦੇ ਭਾਈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਜੇ ਕੋਈ ਇਹਦਾ ਭੇਵ ਰਹੱਸ ਜਾਣ ਲਵੇ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ। ਜਿਹੜਾ ਇਸ ਭੇਦ ਨੂੰ ਜਾਣ ਲਵੇ ਨਾ, ਉਹ ਕੌਣ ਹੈ? ਸੋਈ ਨਿਰੰਜਨ ਦਿਓ, ਉਹ ਪ੍ਰਮਾਤਮਾ ਬਣ ਜਾਂਦਾ ਹੈ। ਜੇ ਕੋ ਜਾਣੈ ਭਿਓ, ਜਿਹੜਾ ਇਸ ਭੇਦ ਰਹੱਸ ਨੂੰ ਜਾਣ ਲਵੇ ਉਹ ਕੀ ਬਣ ਜਾਂਦਾ ਹੈ? ਸੋਈ ਨਿਰੰਜਨ ਦਿਓ, ਉਹ ਨਿਰੰਜਨ ਦੇ ਪ੍ਰਮਾਤਮਾ ਰੂਪ ਬਣ ਜਾਂਦਾ ਹੈ। ਨਾਨਕ ਤਾ ਕਾ ਦਾਸ ਹੈ, ਅਸੀਂ ਉਸ ਪਿਆਰੇ ਦੇ ਦਾਸ ਬਣ ਜਾਈਏ, ਅਸੀਂ ਉਹਦੇ ਦਾਸ ਹਾਂ। ਮਹੱਲਾ ਦੂਜਾ। ਦੂਜੇ ਪਾਤਸ਼ਾਹ ਜੀ ਫਿਰ ਫਰਮਾਨ ਕਰਦੇ ਹਨ, ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾਤਾ ਆਤਮਾ। ਇੱਕ ਕ੍ਰਿਸ਼ਨੰ, ਇੱਕ ਆਤਮਾ ਸਰੂਪ ਪਰਮਾਤਮਾ, ਇੱਕ ਬ੍ਰਹਮ। ਏਕ ਕ੍ਰਿਸ਼ਨੰ ਸਰਬ ਦੇਵਾ ਦੇਵ। ਦੇਵਾ ਦੇਵ ਦਾ ਅਰਥ ਹੈ ਦੇਵ ਤੇ ਅਦੇਵ। ਦੇਵ ਦਿਵਯ ਰੂਪ ਤੇ ਅਦੇਵ ਅਦਿਵਯ ਰੂਪ, ਭਾਵ ਜਿਤਨੇ ਗੁਰਮੁਖ ਹਨ ਮਨਮੁਖ ਸਭਨਾਂ ਚ ਰੱਬ ਹੈ। ਹੁਣ ਦੁਨੀਆ 'ਚ ਮਨਮੁਖ ਵੀ ਤਾਂ ਹੈ, ਰੱਬ ਉਹਨਾਂ ਵਿੱਚ ਵੀ ਹੈ। ਅਦੇਵ ਦੈਂਤ ਬਿਰਤੀ ਵਾਲੇ, ਰੱਬ ਹਰਨਾਕਸ਼ ਦੇ ਅੰਦਰ ਵੀ ਸੀ, ਪ੍ਰਹਲਾਦ ਦੇ ਅੰਦਰ ਵੀ ਸੀ, ਦੋਵਾਂ 'ਚ। ਇਹ ਕ੍ਰਿਸ਼ਨੰ ਸਰਬ ਦੇਵਾ ਦੇਵ, ਦੇਵਾ ਤਾਂ ਆਤਮਾ। ਉਹ ਜਿਹੜਾ ਅਕਾਲ ਪੁਰਖ ਬ੍ਰਹਮ ਸਰੂਪ ਹੈ ਉਹ ਸਾਰਿਆਂ ਵਿੱਚ ਹੈ। ਪਾਲਸਾ ਜੀ, ਆਤਮ ਸੱਤਾ ਅਕਾਲ ਪੁਰਖ ਦੀ ਹਰ ਇੱਕ ਵਿੱਚ ਜੋਤ ਰੂਪ ਬਣ ਕੇ ਬੈਠੀ ਹੋਈ ਹੈ। ਦੇਵਾ ਪ੍ਰਕਾਸ਼ ਰੂਪ, ਇਹ ਦੇਵਾ ਕੋਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਹੀਂ, ਦੇਵਾ ਜੋ ਪ੍ਰਕਾਸ਼ ਰੂਪ ਹੈ, ਉਹੀ ਪ੍ਰਕਾਸ਼ ਰੂਪ ਆਤਮਾ ਬਣਿਆ ਹੋਇਆ ਹੈ। ਉਹ ਆਤਮਾ ਹੀ ਮਨਾ ਤੇਰੀ ਪ੍ਰਕਾਸ਼ ਰੂਪ ਹੈ। ਆਤਮਾ ਵਾਸੁਦੇਵस्य ਜੇ ਕੋ ਜਾਣੈ ਭਿਓ। ਇਹ ਆਤਮਾ ਕੀ ਹੈ? ਦੇਖੋ, ਆਤਮਾ ਵਾਸੁਦੇਵस्य, ਆਤਮਾ ਵਾਸੁਦੇਵਸ ਕੀ ਹੈ? ਵਾਸੁਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਆਤਮਾ ਹੀ ਸਾਰੇ ਪਾਸੇ ਵਸੀ ਹੋਈ ਪਰਮਾਤਮਾ ਰੂਪ ਹੈ। ਆਤਮਾ ਹੀ ਪਰਮਾਤਮਾ। ਜੇ ਕੋ ਜਾਣੈ, ਜਿਹੜਾ ਇਸ ਭੇਵ ਨੂੰ ਜਾਣ ਲਵੇ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ। ਜਿਹੜਾ ਆਤਮ ਸਰੂਪ ਦੇ ਭੇਦ ਨੂੰ ਜਾਣ ਲਵੇ ਉਹ ਨਿਰੰਜਨ ਦੇਵ ਹੈ ਭਾਈ, ਉਹ ਪਰਮਾਤਮਾ ਬਣ ਗਿਆ। ਦੇਖੋ ਕਿੱਥੋਂ ਤੋਂ ਲੈ ਕੇ ਕਿੱਥੇ ਜਾ ਰਹੇ ਮਹਾਰਾਜ। ਪਾਤਸ਼ਾਹ ਕਹਿੰਦੇ ਦੈਂਤ ਵੀ ਹੈ ਨਾ, ਜਿਹੜਾ ਦੈਂਤ ਦੇ ਵਿੱਚ ਵੀ ਰੱਬ ਹੈ, ਜਿਹੜਾ ਉਹਨੂੰ ਜਾਣ ਲਵੇ ਉਹ ਪਰਮਾਤਮਾ ਬਣ ਗਿਆ ਹੈ। ਜਿਹੜਾ ਉਹਨੂੰ ਜਾਣਦਾ ਹੈ ਅਸੀਂ ਉਹਦੇ ਦਾਸ ਬਣ ਗਏ ਹਾਂ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਫਰਮਾਨ ਕਰਦੇ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੁੰਭ, ਕੁੰਭ ਕਹਿੰਦੇ ਘੜਾ। ਘੜਾ ਮਿੱਟੀ ਦਾ ਬਣਿਆ, ਜਿਹਦਾ ਮਰਜ਼ੀ ਬਣਿਆ ਹੋਵੇ, ਪਿੱਤਲ ਦਾ ਬਣਿਆ ਹੋਵੇ, ਸਟੀਲ ਦਾ ਬਣਿਆ ਹੋਵੇ। ਉਹ ਕਿਸ ਲਈ ਬਣਿਆ? ਘੜੇ ਲਈ। ਘੜਾ ਬਣਿਆ ਪਾਣੀ ਲਈ। ਕੁੰਭੇ ਬੱਧਾ ਜਲ ਰਹਿ, ਜਲ ਕਿਵੇਂ ਟਿਕਿਆ ਰਹਿੰਦਾ ਖਾਲਸਾ ਜੀ? ਕੁੰਭ ਦੇ ਆਸਰੇ ਹੈ। ਜਲ ਬਿਨ, ਪਾਣੀ ਤੋਂ ਬਿਨਾ ਘੜਾ ਵੀ ਨਹੀਂ ਹੁੰਦਾ। ਜਲ ਬਿਨ ਕੁੰਭ ਨਾ ਹੋਏ। ਹੁਣ ਦੇਖੋ ਦੋਵੇਂ ਗੱਲਾਂ ਓਤ ਪੋਤ। ਘੜਾ ਬਣਦਾ ਹੀ ਪਾਣੀ ਤੋਂ ਹੈ। ਇਹ ਮਿੱਟੀ ਹੈ, ਪਾਣੀ ਨਹੀਂ ਤਾਂ ਵੀ ਘੜਾ ਨਹੀਂ ਬਣੇਗਾ। ਘੜਾ ਬਣ ਗਿਆ, ਉਹਦੇ 'ਚ ਪਾਣੀ ਪਾ ਲਓ ਤੇ ਘੜਾ ਪਾਣੀ ਟਿਕਿਆ ਰਹੇਗਾ ਖਾਲਸਾ ਜੀ। ਕੁੰਭੇ ਬੱਧਾ ਜਲ ਰਹਿ, ਜਲ ਬਿਨ
ਕੁੰਭ ਨਾ ਹੋਏ। ਪਾਣੀ ਤੋਂ ਬਿਨਾ ਖਾਲਸਾ ਜੀ ਕੁੰਭ ਨਹੀਂ ਬਣ ਸਕਦਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਇਹ ਮਨ ਕਿਵੇਂ ਟਿਕਿਆ ਰਵੇਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਦੁਆਰਾ ਮਨ ਟਿਕਿਆ ਰਵੇਗਾ, ਕਾਬੂ ਰਵੇਗਾ। ਇਹ ਮਨ ਕੀ ਹੈ? ਪਾਣੀ ਹੈ। ਪਾਣੀ ਨੂੰ ਕਾਬੂ ਕਰਨਾ ਹੋਵੇ, ਘੜਾ ਲੈ ਕੇ ਆ ਜਾਓ ਤਾਂ ਪਾਣੀ ਰੁੜ ਜਾਏਗਾ। ਗੁਰੂ ਦਾ ਗਿਆਨ ਹੈ, ਮਨ ਕਾਬੂ 'ਚ ਆ ਜਾਵੇਗਾ। ਨਹੀਂ ਤਾਂ ਮਨ ਰੁੜਦਾ ਹੈ। ਅੱਖਾਂ ਦੁਆਰਾ ਜਾ ਰਿਹਾ ਬਾਹਰ, ਕੰਨਾਂ ਦੁਆਰਾ ਜਾਂਦਾ ਹੈ, ਚਮੜੀ ਦੇ ਸਪਰਸ਼ ਦੁਆਰਾ ਬਾਹਰ ਜਾਂਦਾ ਹੈ, ਨਾਸਕਾ ਦੁਆਰਾ ਬਾਹਰ ਜਾਂਦਾ ਹੈ। ਇਹ ਮਨ ਪਾਣੀ ਵਾਂਗ ਹਰ ਵੇਲੇ ਬਾਹਰ ਜਾਈ ਜਾ ਰਿਹਾ ਹੈ। ਤੇ ਮਨਾ ਗਿਆਨ ਕਾ ਬੱਧਾ ਮਨ ਰਹਿ। ਗਿਆਨ ਦਾ ਬੰਨਿਆ ਹੋਇਆ ਮਨ ਟਿਕਿਆ ਰਹਿੰਦਾ ਹੈ। ਤੇ ਗਿਆਨ ਕਿਵੇਂ ਮਿਲੇਗਾ? ਗਿਆਨ ਖਾਲਸਾ ਜੀ ਘੜਾ ਹੈ। ਗਿਆਨ ਕਿਵੇਂ ਟਿਕਿਆ ਰਹੇਗਾ? ਗੁਰੂ ਦੇ ਆਸਰੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਵੀ ਪਾਣੀ ਘੜੇ ਦੇ ਆਸਰੇ ਰਹਿੰਦਾ ਹੈ। ਇਹ ਮਨ ਰਵੇਗਾ ਗਿਆਨ ਦੇ ਆਸਰੇ। ਤੇ ਘੜਾ ਕਿਹਦੇ ਆਸਰੇ ਹੈ? ਉਹ ਪਾਣੀ ਆਸਰੇ ਹੈ। ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ। ਤੇ ਗਿਆਨ ਕਿੱਥੋਂ ਪੈਦਾ ਹੋਵੇਗਾ? ਗਿਆਨ ਪੈਦਾ ਹੋਵੇਗਾ ਗੁਰੂ ਤੋਂ। ਥੋੜਾ ਵਿਸ਼ਾ ਗੰਭੀਰ ਹੈ, ਪਕੜਨਾ ਗੱਲ ਨੂੰ। ਤੋਤੇ ਉੱਡ ਜਾਂਦੀ ਗੱਲਾਂ ਖਾਲਸਾ ਜੀ। ਗੁਰੂ ਨਾਨਕ ਪਾਤਸ਼ਾਹ, ਇਹ ਆਮ ਕੋਈ ਕਵਿਤਾ ਨਹੀਂ। ਇੱਕ ਸ਼ਲੋਕ ਦੇ ਤੋਤੇ ਉੱਡ ਜਾਂਦੇ ਬੰਦੇ ਦੇ, ਇਹਨੂੰ ਪਕੜ ਲਓ ਬਸ, ਕੁਛ ਸ਼ਲੋਕ ਨੂੰ। ਮਨ ਪਾਣੀ, ਬਿਨਾ ਘੜੇ ਤੋਂ ਪਾਣੀ ਘੁੰਮੇਗਾ, ਇੱਧਰ ਉੱਧਰ ਫੈਲ ਜਾਵੇਗਾ ਸਾਰੇ ਪਾਸੇ। ਜੇ ਗੁਰੂ ਦਾ ਗਿਆਨ ਹੈ, ਆਤਮ ਗਿਆਨ ਹੈ, ਤੇ ਮਨ ਟਿਕਿਆ ਰਹੇਗਾ, ਕਾਬੂ ਰਹੇਗਾ। ਤੇ ਹੁਣ ਗਿਆਨ ਕਿੱਥੋਂ ਆਵੇਗਾ? ਗਿਆਨ ਕਿਵੇਂ ਬਣਨਾ ਹੈ? ਗੁਰ ਬਿਨ ਗਿਆਨ ਨਾ ਹੋਏ। ਗੁਰੂ ਬਿਨਾ ਗਿਆਨ ਨਹੀਂ ਪੈਦਾ ਹੁੰਦਾ ਖਾਲਸਾ ਜੀ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਮਨਾ ਗੁਰੂ ਦੀ ਲੋੜ ਜ਼ਰੂਰੀ ਹੈ। ਇਹ ਮਤ ਸੋਚ ਮੈਂ ਆਪਣੇ ਆਪ ਗੁਰੂ ਧਾਰ ਲਵਾਂਗਾ, ਨਾ ਭਾਈ। ਗੁਰੂ ਧਾਰਨ ਕਰਨਾ ਪਵੇਗਾ ਹੀ ਪਵੇਗਾ। ਪੌੜੀ ਪੜਿਆ ਹੋਵੇ ਗੁਨਹਗਾਰ, ਤਾਂ ਓਮੀ ਸਾਧਨਾ ਮਾਰੀਐ। ਓਮੀ ਕਿਹਨੂੰ ਕਹਿੰਦੇ? ਇਹ ਵੀ ਸ਼ਬਦ ਖਾਲਸਾ ਜੀਓ ਅਜੋਕੀ ਭਾਸ਼ਾ ਤਾਂ ਨਹੀਂ ਹੈ। ਐਵੇਂ ਹੀ ਉਹ ਮਾਂ ਜਿਹੜੀ ਗਰੀਬ ਹੋਵੇ, ਆਪਣੇ ਬੱਚੇ ਨੂੰ ਨਾ ਪੜ੍ਹਾ ਸਕੇ, ਉਹਦਾ ਬੱਚਾ ਹੁੰਦਾ ਅਨਪੜ੍ਹ, ਜਿਹੜਾ ਅੱਖਰ ਨਾ ਜਾਣਦਾ ਹੋਵੇ। ਇੱਕ ਪਾਸੇ ਪੜ੍ਹਿਆ ਹੋਵੇ ਗੁਨਹਗਾਰ, ਪੜ੍ਹਿਆ ਬੰਦਾ ਬੜੇ ਗੁਨਹਗਾਰ, ਉਹਨੂੰ ਗਿਆਨ ਹੋ ਜਾਂਦਾ ਹੈ ਵੀ ਇਹ ਕਰਾਂਗਾ, ਇਹ ਕਰਾਂਗਾ, ਇਹ ਹੋਵੇਗਾ। ਪੜ੍ਹਿਆ ਹੋਵੇ ਗੁਨਹਗਾਰ, ਜੇ ਪੜ੍ਹਿਆ ਬੰਦਾ, ਸਿਆਣਾ ਬੰਦਾ, ਅਕਲਵੱਧ ਬੰਦਾ ਗੁਨਹਗਾਰ ਕੋਈ ਪਾਪ ਕਰਦਾ ਹੈ, ਕੋਈ ਗੁਨਾਹ ਕਰਦਾ ਹੈ, ਇੱਕ ਪਾਸੇ ਉਹ ਕਰ ਰਿਹਾ, ਦੂਜੇ ਪਾਸੇ ਓਮੀ ਸਾਧਨਾ ਮਾਰੀ। ਓਮੀ ਜਿਹੜਾ ਅਨਪੜ੍ਹ ਬੰਦਾ ਹੈ, ਉਹ ਸਾਧੂ ਹੋਵੇ, ਉਹਨੂੰ ਮਾਰੀ ਦਾ ਨਹੀਂ ਹੁੰਦਾ। ਫਿਰ ਗੱਲ ਨੂੰ ਪਕੜਨਾ। ਇੱਕ ਪਾਸੇ ਪੜ੍ਹਿਆ ਬੰਦਾ ਗੁਨਾਹ ਕਰੇ, ਉਹਨੂੰ ਛੱਡ ਦੋ ਜੀ, ਇਹ ਪੜ੍ਹਿਆ ਲਿਖਿਆ। ਦੂਜੇ ਪਾਸੇ ਕੋਈ ਮਹਾਤਮਾ ਪੁਰਖ ਹੋਵੇ, ਅਨਪੜ੍ਹ ਹੋਵੇ, ਮਾਰੋ ਇਹਨੂੰ, ਅਨਪੜ੍ਹ ਹੈ। ਨਾ ਭਾਈ, ਪਾਤਸ਼ਾਹ ਕਹਿੰਦੇ ਐਵੇਂ ਨਹੀਂ ਕਰੀਦਾ। ਪੜ੍ਹਿਆ ਅਨਪੜ੍ਹਿਆ ਕੌਣ ਹੈ? ਅੱਗੇ ਦੱਸਣਗੇ। ਜਿਹਾ ਕਾਲੇ ਕਾਲਣਾ ਤੇਵੇ ਹੋ ਨਾਉ ਪਚਾਰੀਐ। ਇਹ ਹੈ ਪੜ੍ਹਿਆ ਅਨਪੜ੍ਹਿਆ। ਜਿਹਨੇ ਜਿਹੜੀ ਘਾਲਣਾ ਘਾਲੀ, ਉਹਦਾ ਨਾਮ ਉਹ ਪੈ ਗਿਆ। ਜਿਹਨੇ ਨਾਮ ਦੀ ਘਾਲਣਾ ਨੂੰ ਘਾਲਿਆ, ਉਹ ਬਣ ਗਿਆ ਪੜ੍ਹਿਆ। ਜਿਹਨੇ ਨਾਮ ਦੀ ਘਾਲਣਾ ਨਹੀਂ ਘਾਲੀ, ਉਹ ਬਣ ਗਿਆ ਅਨਪੜ੍ਹਿਆ, ਉਲਟਾ ਬਣ ਗਿਆ। ਦੁਨਿਆਵੀ ਤੌਰ ਤੇ ਲੋਕੀ ਬੜੇ ਪੜ੍ਹੇ ਲਿਖੇ, ਪਰ ਨਾਮ ਤੋਂ ਸੀ ਵਾਂਝੇ ਆ। ਤੇ ਕੀ ਬਣ ਗਏ ਸੀ? ਗੁਨਾਹਗਾਰ। ਰੂਹਾਨੀ ਤੌਰ ਤੇ
ਜਿਹੜੇ ਸਾਧੂ ਮਹਾਂਪੁਰਖ ਹਨ, ਕਈ ਵਾਰੀ ਸਕੂਲ ਨਹੀਂ ਵੀ ਜਾਣਾ ਪੈਂਦਾ ਉਹਨਾਂ ਨੂੰ। ਇਹ ਕਾਰਨ ਕੀ ਬਣਦਾ ਇਹਦਾ? ਇਹਦਾ ਕਾਰਨ ਇਹ ਹੁੰਦਾ ਹੈ, ਰੱਬ ਨੇ ਜਿਵੇਂ ਲਿਖਿਆ ਨਾ ਉਹਨਾਂ ਨੂੰ, ਰੱਬ ਉਵੇਂ ਚਲਾਉਂਦਾ ਵੀ ਚਲੋ ਬਚਪਨ ਤੋਂ ਬੰਦਗੀ ਕਰ ਦੋ ਸ਼ੁਰੂ। ਉਹ ਫਿਰ ਖਾਲਸਾ ਦੁਨਿਆਵੀ ਪਾਸੇ ਵੱਲ ਜਾਂਦੇ ਹੀ ਨਹੀਂ, ਉਹ ਰੂਹਾਨੀ ਪੱਖ ਵੱਲ ਰਹਿੰਦੇ ਨੇ, ਜੁੜੇ ਰਹਿੰਦੇ। ਧਿਆਨ ਰੱਖਣਾ, ਇਹ ਬੰਦਗੀ ਨੂੰ ਕਈ ਸਦੀਆਂ ਲੱਗ ਜਾਂਦੀਆਂ। ਅਸੀਂ ਤਾਂ ਕਹਿੰਦੇ ਵੀ 2 ਦਿਨ ਦੀ ਗੱਲ ਬਣ ਗਏ ਹਟ ਗਏ ਸੀ, 2 ਦਿਨ ਚ ਬਣ ਗਏ ਬਾਬੂ ਜੀ। ਅੱਖਰ ਤੋਂ ਪੜ੍ਹੇ ਨਹੀਂ, ਬਣ ਗਏ ਤੇ ਤਾਬਿਆਂ ਤੇ ਬੈਠ ਗਏ, ਅੱਖਰ ਫਿਰ ਗਲਤ ਬੋਲਦੇ ਆ। ਉਹ ਨਹੀਂ, ਕਮਾਈਆਂ ਕਰਨੀ ਪੈਂਦੀ, 20-20 ਸਾਲ ਪੜ੍ਹਨਾ ਪੈਂਦਾ। ਪਹਿਲਾਂ ਕਿਸੇ ਨੂੰ ਗੁਰੂ ਕਾ ਵਜ਼ੀਰ ਬਣਨ ਨੂੰ ਵੀ 20-20 ਸਾਲ ਪੜ੍ਹਨਾ ਪੈਂਦਾ ਹੈ। 2 ਦਿਨ ਪੜ੍ਹ ਕੇ ਕਹਿੰਦਾ ਮੈਂ ਬਣ ਗਿਆ ਹਟਗ੍ਰੰਥੀ, ਬਣ ਗਿਆ ਮੈਂ ਸਿੰਘ ਸਾਹਿਬ, ਨਾ ਭਾਈ। ਬਣ ਗਿਆ ਮੈਂ IPS ਅਫਸਰ, ਬਣ ਗਿਆ ਮੈਂ ਜੱਜ, ਐਵੇਂ ਥੋੜ੍ਹੀ ਬਣੇਗਾ। ਪੁੱਛ ਕੇ ਆਓ ਉਹਨਾਂ ਜੱਜਾਂ ਨੂੰ, 18-18 ਘੰਟੇ ਲਗਾਤਾਰ ਪੜ੍ਹਦੇ ਖਾਲਸਾ ਜੀ। ਅੱਖਾਂ ਸੁੱਜ ਜਾਂਦੀਆਂ ਉਹਨਾਂ ਦੀਆਂ, ਦਿਮਾਗ ਸਿੱਥਲ ਹੋ ਜਾਂਦਾ ਉਹਨਾਂ ਦਾ। ਇੱਕ ਥਾਂ ਤੇ ਮਨ ਟਿਕਿਆ ਰਹਿੰਦਾ ਉਹਨਾਂ ਦਾ। ਮਨ ਟਿਕਿਆ, ਮਨ ਕੀ ਹੈ, ਪਾਣੀ ਵਾਂਗ ਟਿਕ ਜਾਂਦਾ ਉਹਨਾਂ ਦਾ। ਗੁਰੂ ਤੋਂ ਗਿਆਨ ਮਿਲ ਜਾਂਦਾ ਉਹਨਾਂ ਨੂੰ। ਇਸੇ ਤਰ੍ਹਾਂ ਭਾਈ ਉਹ ਸਾਧੂ ਮਹਾਤਮਾ ਜਿਹੜੇ ਬਚਪਨ ਤੋਂ ਬੰਦਗੀ ਕਰਦੇ ਨਾ ਖਾਲਸਾ ਜੀ, ਉਹ ਅਖੀਰ ਤੇ ਕਿਸੇ ਲੈਵਲ ਤੇ ਪਹੁੰਚ ਜਾਂਦੇ ਹਨ ਖਾਲਸਾ ਜੀ, ਉਹ ਕਿਸੇ ਥਾਂ ਤੇ ਪਹੁੰਚ ਜਾਂਦੇ ਹਨ। ਪਾਤਸ਼ਾਹ ਫਰਮਾਨ ਕਰਦੇ, ਮਨਾ ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰੀ ਹੈ, ਜਿਹਾ ਘਾਲੇ ਘਾਲਣਾ ਤੇ ਵੇ ਹੋ ਨਾਓ ਪਚਾਰੀ। ਜੀਵੇ ਦੀ ਘਾਲਣਾ ਘਾਲੇਗਾ, ਨਾਮ ਉਵੇਂ ਦਾ ਪੈ ਜਾਏਗਾ ਉਹਦਾ, ਵੀ ਇਹ ਮਹਾਤਮਾ ਹੈ ਤੇ ਇਹ ਗੁਨਹਗਾਰ ਹੈ। ਐਸੇ ਕਲਾ ਨਾ ਖੇਡਿਐ, ਜਿਤ ਦਰਗਹਿ ਗਿਆ ਹਾਰੀਐ। ਮਨਾ ਦੁਨੀਆ ਵਿੱਚ ਐਸਾ ਕੰਮ ਨਾ ਕਰੀ ਜਿਸ ਕਰਕੇ ਤੈਨੂੰ ਦਰਗਾਹ ਵਿੱਚ ਹਾਰ ਦਾ ਮੂੰਹ ਦੇਖਣਾ ਪਵੇ। ਐਸੀ ਕਲਾ ਨਾ ਖੇਡੀਐ, ਜਿਤ ਦਰਗਹਿ ਗਿਆ ਹਾਰੀਐ। ਦਰਗਾਹ ਸੱਚਖੰਡ ਜਾ ਕੇ ਤੇਰੀ ਹਾਰ ਹੋਵੇ, ਉਹ ਕੰਮ ਨਾ ਕਰੀ। ਪੜਿਆ ਅਤੈ ਓਮਿਆ, ਵਿਚਾਰ ਅੱਗੇ ਵਿਚਾਰੀਐ। ਪੜਿਆ ਅਤੇ ਅਨਪੜ੍ਹ। ਪੜਿਆ ਅਤੇ ਕਹਿੰਦੇ ਔਰ ਤੇ ਤਥਾ ਐਂਡ। ਪੜਿਆ ਅਤੇ ਅਨਪੜਿਆ ਕੌਣ ਹੈ? ਪੜਿਆ ਅਤੇ ਓਮੀਆ, ਜਿਹੜਾ ਅਨਪੜ੍ਹ ਹੈ ਉਹਦੀ ਵਿਚਾਰ ਅੱਗੇ ਹੋਣੀ ਹੈ ਵੀ ਕਿਹੜਾ ਬੰਦਾ ਪੜਿਆ ਕਿਹੜਾ ਨਹੀਂ ਪੜਿਆ। ਪੜਿਆ ਅਤੇ ਓਮੀ ਵਿਚਾਰ ਅੱਗੇ ਵਿਚਾਰੀਏ, ਇੱਥੇ ਨਹੀਂ। ਇੱਥੇ ਸਾਰੇ ਕਹਿ ਦੇਣਗੇ ਬਾਬੂ ਜੀ ਆ ਗਏ ਜੀ, ਅਫਸਰ ਆ ਗਿਆ ਜੀ। ਉਹ ਤਾਂ ਪੜਿਆ, ਪਤਾ ਲੱਗਦਾ ਵੀ ਕਿੰਨਾ ਗਿਆਨ ਹੈ ਇਹਦੇ 'ਚ। ਇਹ ਦੁਨਿਆਵੀ ਪੜਿਆ ਨਹੀਂ, ਇੱਥੇ ਰੂਹਾਨੀ ਰਸ ਵਾਲਾ ਹੈ। ਆਤਮ ਸਰੂਪ ਤੋਂ ਜਿਹਨੂੰ ਆਪਣੇ ਲਖਤਾ ਹੈ ਉਹਨੂੰ ਕਹਿੰਦੇ ਪੜਿਆ। ਦੁਨਿਆਵੀ ਤੌਰ ਤੇ ਤਾਂ ਪੜਿਆ ਅਨਪੜਿਆ ਪਰਮਗਤ ਭਾਵ ਹੈ। ਬਸ ਨਾਮ ਜਪਣ ਵਾਲਾ ਕੋ ਸਾਧੂ ਹੈ, ਉਹਨੂੰ ਪਰਮ ਗਤੀ ਮਿਲਣੀ ਹੀ ਮਿਲਣੀ ਹੈ। ਪੜਿਆ ਅਤੇ ਓਮੀਆ, ਵਿਚਾਰ ਅੱਗੇ ਵਿਚਾਰੀਏ। ਉਹਦੀ ਵਿਚਾਰ, ਉਹਦੀ ਪੜਚੋਲ ਅੱਗੇ ਹੋਣੀ ਹੈ। ਮੋਹੇ ਚੱਲੈ ਸੋ ਅੱਗੇ ਮਾਰੀਐ। ਚੱਲ ਬੰਦਾ ਅੱਗੇ ਚੱਲਦਾ ਸਹੀ, ਮੋਹ ਚਲੇ। ਜੇ ਭਾਈ ਅੱਗੇ ਜਾਵੇਂਗਾ ਕਿਹੜਾ ਮੂੰਹ ਲੈ ਕੇ ਜਾਵੇਂਗਾ? ਅੱਗੇ ਮਾਰੀ, ਅੱਗੇ ਮਾਰ ਪਵੇਗੀ। ਕਿਹੜੀ ਮਾਰ ਹੈ? ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਸਹਿਆ ਨਹੀਂ ਜਾਣਾ ਮਨਾ। ਇਸ ਕਰਕੇ ਕੀ ਕਰ, ਰੱਬ ਤੋਂ ਕੁਛ ਨਾ ਮੰਗੀ, ਰੱਬ ਜੀ ਜੋ ਦੇਣਾ ਆਪੇ ਦੇਈ ਜੋ। ਬਸ ਅੱਖੋ ਸਤਨਾਮ। ਜੇ ਮੰਗ ਰਵੇਗੀ ਤਾਂ ਵੀ ਦੁੱਖ ਰੂਪ ਹੈ। ਰੱਬ ਜੀ ਮਨ ਤਾਂ ਪਤਾ ਨਹੀਂ ਕੀ ਮੰਗਾ, ਮੈਂ ਨਹੀਂ ਜਾਣਦਾ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ ਬਲਿਹਾਰੀ। ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। ਕੀ ਮੰਗਾ ਤੁਹਾਡੇ ਤੋਂ ਰੱਬ ਜੀ? ਤੇਰਾ ਅੰਤ ਨਾ ਜਾਈ ਲਖਿਆ ਰਾਹੋ ਦੀ ਪੰਕਤੀ ਇਹੀ ਹੈ ਨਾ। ਤੁਹਾਡੇ ਤੋਂ ਕੀ ਮੰਗਾ ਮੈਨੂੰ ਸਮਝ ਨਹੀਂ ਆ ਰਹੀ। ਬਸ ਸੁਖ ਮੰਗਾਂਗਾ ਦੁੱਖ ਆ ਜਾਏਗਾ, ਦੁੱਖ ਮੰਗਾਂਗਾ ਦੁਖੀ ਰਵਾਂਗਾ ਇੱਥੇ ਮਹਾਰਾਜ। ਪੰਡਤ ਦੁਰਗਾਦਾਸ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਦੁਰਗਾਦਾਸ ਜੀ ਇੱਕ ਦਾਤ ਮੰਗ ਲਓ, ਇੱਕ ਚੀਜ਼ ਮੰਗ ਲਓ।
ਪੰਡਤ ਸੋਚੀ ਪੈ ਗਿਆ, ਜੇ ਦੁਨਿਆਵੀ ਮਾਇਆ ਮੰਗਾ ਸੱਚਖੰਡ ਦਾ ਸੁੱਖ ਗਿਆ, ਸੱਚਖੰਡ ਮੰਗਾਂਗਾ ਇੱਥੇ ਭਿਖਾਰੀ ਰਵਾਂਗਾ। ਉਹ ਕਹਿਣ ਲੱਗਾ ਰੱਬ ਜੀ ਦੋਵੇਂ ਸੁੱਖ ਦੇ ਦਿਓ ਮਹਾਰਾਜ, ਅਸੀਂ ਤਾਂ ਰੱਬ ਤੋਂ ਇਹੀ ਮੰਗਣਾ, ਰੱਬ ਜੀ ਦੋਵੇਂ ਕੁੱਲਾਂ ਦੇ ਦਿਓ ਮਹਾਰਾਜ, ਦੁਨਿਆਵੀ ਸੁੱਖ ਵੀ ਦੇ ਦਿਓ ਪਾਤਸ਼ਾਹ, ਆਤਮ ਰਸ ਵੀ ਦੇ ਦਿਓ ਮਹਾਰਾਜ। ਮੰਗਤੇ ਆ, ਚਲੋ ਇਹ ਮੰਗ ਲਈਏ ਥੋੜਾ ਜਿਹਾ ਠੀਕ ਰਹੇਗਾ। ਬਾਕੀ ਤਾਂ ਖਾਲਸਾ ਜੀ ਦੁਖਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਜੇ ਅਸਲੀਅਤ ਹੈ ਨਾ, ਜਿੱਥੇ ਖਾਲਸਾ ਜੀ ਰੂਹਾਨੀ ਰਸ ਆ ਗਿਆ ਉੱਥੇ ਬੰਦੇ ਦੀ ਇੱਛਾ ਮੁੱਕ ਜਾਂਦੀ ਹੈ। ਇੱਛਾ ਇੱਕ ਖਾਲਸਾ ਜੀ ਅੱਗ ਹੈ, ਜਿੱਥੇ ਆਤਮ ਆਨੰਦ ਆ ਗਿਆ, ਟਿਕਾ ਆ ਗਿਆ, ਉੱਥੇ ਅੱਗ ਸ਼ਾਂਤ ਹੋ ਜਾਣੀ ਹੈ। ਇਹ ਪਾਤਸ਼ਾਹ ਕਿਰਪਾ ਕਰਨ, ਧੰਨ ਗੁਰੂ ਨਾਨਕ ਪਾਤਸ਼ਾਹ। ਅਗਾਂਹ ਜਿੱਥੇ ਸੱਚਖੰਡ ਜਾਣਾ ਹੈ, ਦਰਗਾਹ ਵੱਲ ਜਾਣਾ ਹੈ, ਉੱਥੇ ਸਾਨੂੰ ਕਿਸੇ ਨੂੰ ਮਾਰ ਨਾ ਪਵੇ। ਬਸ ਸਭ ਨੂੰ ਪਾਤਸ਼ਾਹ ਚੜ੍ਹਦੀ ਕਲਾ ਪ੍ਰਦਾਨ ਕਰਨ। ਜਿਹੜੇ ਜਿਹੜੇ ਭਗਤੀ ਕਰਦੇ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਰੱਬ ਜੀ ਸਭ ਦੇ ਕਾਰ ਸਵਾਰ ਦੇਣਾ, ਚੜ੍ਹਦੀ ਕਲਾ ਪ੍ਰਦਾਨ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ। ਤੁਮ ਮਾਤ ਪਿਤਾ ਬਾਰਕ ਤੇਰੇ, ਤੁਮਰੇ ਕਿਰਪਾ ਮਹਿ ਸੁਖ ਕੋਇ ਨਾ ਜਾਣੈ। ਤੁਮਰਾ ਅੰਤ ਉਚੇਤੇਉ, ਸਾਗਲ ਸਮਗਰੀ ਤੁਮਰਾ ਸੂਤਰ ਤਾਰੀ। ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮਹਿ ਜਾਣੇ। ਨਾਨਕ ਦਾਸ ਜੇ ਤੁਮਰੇ ਗਤ ਮਿਤ ਤੁਮਹਿ ਜਾਣੇ। ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੇ ਜੀ ਸਹਾਇ। ਵਾਰ ਸ਼੍ਰੀ ਭਗਉਤੇ ਜੀ ਕੇ ਪਾਤਸ਼ਾਹੇ। ਦਸਵੇਂ ਪ੍ਰਥਮ ਭਗਉਤੇ ਸਿਮਰ ਕੈ, ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ। ਘਰ ਨਾਉ ਨਿਧਿਆ ਵੈਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਆਦਿ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ।
ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆ ਲੋਹਾਈਆਂ, ਚਰ ਖੜੀਆ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੇ ਕੈਸਾ, ਸੋ ਆਸਾ ਸੰਗ ਨਿਭਾਹੇ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੇ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕਿਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜੂਰ ਅੰਮ੍ਰਿਤ ਵੇਲੇ ਦੇ ਸਜੇ ਸੁੰਦਰ ਸੱਚਖੰਡ ਦੀਵਾਨਾ ਅੰਦਰ, ਆਪ ਜੀ ਦੀ ਅੰਮ੍ਰਿਤਮਈ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੇ ਸੰਪੂਰਨ ਸ਼ਬਦ ਕੀਰਤਨ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ, ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਸ਼੍ਰੀ ਮੁਖ ਵਾਕ ਜੀ ਦੀ ਕਥਾ ਵਿਚਾਰ ਹੋਈ ਹੈ। ਸਮੁੱਚੀ ਸੇਵਾ ਨਿਭਾਉਂਦੇ ਆ, ਹੋਈਆਂ ਭੁੱਲਾਂ ਦੇ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਨੇ। ਗੁਰਬਾਣੀ ਸ਼ੁੱਧ ਪੜਨ ਦਾ, ਸੇਵਾ ਸ਼ੁੱਧ ਕਰਨ ਦਾ ਬਲ ਉਦਮ ਬਖਸ਼ਨਾ। ਪੜੇ ਸੁਣੇ ਗੁਰਬਾਣੀ ਦਾ ਭਾਵ, ਦਰ ਆਈਆਂ ਸੰਗਤਾਂ ਦਾਸਰਿਆਂ ਸੇਵਕਾਂ ਦੇ ਹਿਰਦਿਆਂ ਚ ਬਸਾਉਣਾ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾ, ਤਨ ਮਨ ਧਨ ਕਰਕੇ ਨਿਭਾਈਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਆ। ਆਪਣੇ ਦਰੋ ਕਰੋ ਗੁਰਸਿੱਖੀ ਜੀਵਨ, ਨਾਮ ਸਿਮਰਨ ਸੇਵਾ ਦੀਆਂ ਦਾਤਾ ਬਖਸ਼ਨੀਆਂ ਜੀ। ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਆਪ ਜੀ ਦੇ ਹਜੂਰ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਕੜਾਹਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਪਿਆਰੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸਰਬੱਤ ਸੰਗਤਾਂ ਨੂੰ ਪਾਵਨ ਸ਼੍ਰੀ ਮੁਖ ਵਾਕ ਜੀ ਦੀ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ।
ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਏ ਅਕਾਲ ਕੀ ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ। ਗਵਾਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ। ਗਵਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾਪੁਰੀ ਸੇ ਅਹਨਿਸ ਫਿਰਹਿ ਜਲੰਤ। ਗਿਆਨ ਧਿਆਨ ਕਿਛ ਸਾ ਨ ਜਾਣਾ ਸਭ ਤੇ ਵੱਡਾ। ਜਿਨ ਕਲ ਰਾਖੀ ਸਕਹੁ ਟਲ ਗੁਰ ਸੇਵੀਐ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮਦੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸਚਾ ਸਿਰ ਸਾਧ ਜਿਸ ਪਾਸ ਬੈਠਿਆ ਸੋਹੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ। ਜਾ ਸੁਖ ਤਾਮ ਨਾ ਹੋਈ
ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਿਓ। ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਮਹੱਲਾ ਦੂਜਾ। ਏ ਕ੍ਰਿਸ਼ਨੰ ਸਰਬ ਦੇਵਾ ਦੇਵ, ਦੇਵਾ ਤਾ ਆਤਮਾ। ਆਤਮਾ ਵਾਸੁਦੇਵਸਯ, ਜੇ ਕੋ ਜਾਣੈ ਭਿਓ। ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਨਹਗਾਰ, ਤਾ ਓਮੀ ਸਾਧ ਨ ਮਾਰੀਐ। ਜਿਹਾ ਘਾਲੇ ਘਾਲਣਾ, ਤੇ ਵੇਹੋ ਨਾਉ ਪਚਾਰੀਐ। ਐਸੀ ਕਲਾ ਨਾ ਖੇਡੀਐ, ਜਿਤ ਦਰਗਹ ਗਿਆ ਹਾਰੀਐ। ਪੜਿਆ ਅਤੇ ਓਮੀਆ, ਵਿਚਾਰ ਅੱਗੇ ਵਿਚਾਰੀਐ। ਮੋਹ ਚਲੈ ਸੋ ਅੱਗੇ ਮਾਰੀਐ। ਪੜਿਆ ਅਤੇ ਓਮੀਆ, ਵਿਚਾਰ ਅੱਗੇ ਵਿਚਾਰੀਐ। ਮੋਹ ਚਲੈ ਸੋ ਅੱਗੇ ਮਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਸਤਿਨਾਮ ਸਤਿਨਾਮ। ਵਾਹਿਗੁਰੂ ਵਾਹਿਗੁਰੂ। ਜਪੋ ਸਤਿਨਾਮ ਸਤਿਨਾਮ। ਵਾਹਿਗੁਰੂ ਵਾਹਿਗੁਰੂ। ਜਪੋ ਸਤਿਨਾਮ ਸਤਿਨਾਮ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕਰੂੰ ਬੰਦਨ ਅਨਕ ਬਾਰ ਸਰਨ ਪਰੂੰ ਹਰ ਰਾਏ ਪ੍ਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਪਾਉ ਮਿਟਾਏ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਹਮਰ ਸਹਾ ਸਦ ਸਦ ਭੂਲਨ ਤੁਮਰਾ ਬਿਰਦ ਪਤ ਤਿਉ ਧਰਨ ਕਰੁਣਾ ਮੈਂ ਕਿਰਪਾਲ ਕਿਰਪਾਲ ਨਿਧ ਕਰੁਣਾ ਮੈਂ ਕਿਰਪਾਲ ਕਿਰਪਾਲ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਆਨੰਦ ਗਾਉਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਹੋਲੀ ਕੀਨੀ ਸੰਤ ਸੇਵ ਹੋਲੀ ਕੀਨੀ ਸੰਤ ਸੇਵ ਹੋਲੀ ਕੀਨੀ ਸੰਤ ਸੇਵ ਰੰਗ ਲਗਾਇਤ ਲਾਲ ਦੇ ਰੰਗ ਲਗਾਇਤ ਲਾਲ ਦੇ ਹੋਲੀ ਕੀਨੀ ਸੰਤ ਸੇਵ ਹੋਲੀ ਕੀਨੀ ਸੰਤ ਸੇਵ ਰੰਗ ਲਗਾਇਤ ਲਾਲ ਦੇ ਹੋਲੀ ਕੀਨੀ ਸੰਤ ਸੇਵ ਗੁਰ ਸੇਵੋਂ ਕਰ ਨਮਸਕਾਰ आज हमारे मंगल चार गुर सेवों कर नमस्कार आज हमारे मंगल चार आज हमारे महाआनंद आज हमारे
चिंतनती बेटे गोबिंद चिंतनती बेटे गोबिंद चिंतनती बेटे गोबिंद होली कीनी संत से होली कीनी संत से रंग लगायत लाल दे रंग लगायत लाल दे होली कीनी संत से होली कीनी संत से आज हमारे गृह बसम आज हमारे गृह बसम गुण गाए प्रभु तुम बयान 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 होली कीनी संत से होली कीनी संत से रंग लगायत लाल दे होली कीनी संत से होली कीनी संत से आज हमारे बने जुगमार बने बने फाग बने पाग आज हमारे बने पाग प्रभु संगी मिल खेलना प्रभु संगी मिल खेलना प्रभु संगी मिल खेलन ला होली कीनी संत से होली कीनी संत से रंग लगायत लाल दे रंग लगायत लाल दे होली कीनी संत से मन तन मोलियो आत्मानु मन तन मोलियो आत्मानु सुख नाही शाम तू सुख नाही शाम तू सगली रूती हरिया सगली हीरती सगली